श्री वाहेगुरु साहिब अगे अरदास हमारी जियो पिंड सब तेरा कहो नानक सब तेरी वड्याई कोई न जाने मेरा कहो नानक सब तेरी वड्याई कोई न जाने मेरा। जन के चरण वसे में रहिया रे जन के चरण वसे में रहिया रे संग पुनीता देही जन की तोड़ दे हो कृपा निध जन की तोड़ दे हो कृपा निध नानक कै सुख एही नानक कै सुख एही। ऊंचे अपार बेअंत स्वामी कौन जाने गुण तेरे गावते उतरे सुनते उतरे बिन से पाप कनेरे तेरे कवन तू साहिब गुणी निदाना तुम्हारी महिमा वरन न साको तू ठाकुर ऊंच भगवाना तुम्हारी शरण तुम्हारी आशा तुम ही सजन सोहेले राखो राखन हार दयाला नानक करके गोले। विसर नहीं दातार अपना नाम दे हो गुण गावा दिन रात नानक चाहे हो। नानक की अपनी भक्ति लाए ज्ञान त्यान किछ कर्म न जाना सारे न जाना तेरी सब
ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ ਇਕ ਓੰਕਾਰ ਸਤਨਾਮ ਪੁਰਖ ਨਿਰਭਉ ਨਿਰਵੈਰ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਹੈ ਪੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ
ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਸੱਚ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਹਰਿ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਆਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸਾਰੇ ਜਪੋ ਸਾਰੀ ਨਾਨਕ ਸੰਗਤ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਨਾਮ ਕਰਤਾ ਤਨ ਸੋਵਿਲਾ ਜਿਤ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ ਤਨ ਸੋਵੇਲਾ ਜਿਤ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ ਸੋਵੇਲਾ ਜਿਤ ਸਾਰੇ ਜਪੋ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਸਾਰੇ ਜਪੋ। ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਜੀ ਤਨ ਸੋਵੇਲਾ ਜਿਤ ਦਰਸ਼ਨ ਕਰਨਾ ਬਲਹਾਰੀ ਸਤਿਗੁਰ ਚਰਨਾ ਸਾਰੇ ਜਪੋ ਦਰਸ਼ਨ ਕਰਨਾ ਬਲਿਹਾਰੀ ਬਲਹਾਰੀ ਸਤਿਗੁਰ ਚਰਨਾ ਜੀ ਤਨ ਸੋਵੇਲਾ ਜਿਤ ਦਰਸ਼ਨ ਕਰਨਾ ਬਲਹਾਰੀ ਸਤਿਗੁਰ ਚਰਨਾ ਤਨ ਸੋਵੇਲਾ ਜਿਤ ਦਰਸ਼ਨ ਕਰਨਾ ਬਲਿਹਾਰੀ ਸਤਿਗੁਰ ਚਰਨਾ ਜੀ ਤਨ ਸੋਵੇਲਾ ਜਿਤ ਦਰਸ਼ਨ ਕਰਨਾ ਹਾਂ ਬਲਿਹਾਰੀ ਸਤਿਗੁਰ ਚਰਨਾ ਸੋਵੇਲਾ ਜਿਤ ਸਾਰੇ ਜਪੋ ਦਰਸ਼ਨ
ਮਨ ਜੀਵੇ ਪ੍ਰਭ ਨਾਮ ਤੇਰੇ ਜੀ ਕੇ दाते प्रीतम प्रभ मेरे मन जीवे प्रभ ਸਾਰੇ नाम ਜਪੋ तेरे जी के दाते प्रीतम प्रभ मेरे मन जीवे प्रभ नाम तेरे जी के दाते प्रीतम प्रभ मेरे मन जीवे प्रभ नाम तेरे सतनाम 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 जी वाहिगुरु 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 जी सतनाम सतनाम सारे जपो जी सतनाम जी सारी संगत जपो वाहिगुरु 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 जी जी सतनाम ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ सतनाम 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 जी वाहिगुरु 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 जी कलयुग कहते आवेगा कलयुग कोई बिरला माई दा लाल रब दा नाम जपेगा आखो कलयुग दा इन्ना पसारा गलत होवेगा इन्ने पाप होणगे कि कलयुग नाम जपन नहीं देगा आखो श्री ਵਾਹਿਗੁਰੂ नाम जपन दा काल पै जाएगा आखो श्री ਵਾਹਿਗੁਰੂ गुरु कृपा करे ते सिख नाम जप सकदा है कलयुग दे विच नहीं जप सकदा बिना गुरु तो बिन पूरे गुरदेव फिरे शैतानियां कलयुगी फिरदा है बिना पूरे महापुरुषां गुरुआं तो बगैर कलयुग नूं कहंदे शैतान आपां कलयुग कहने आ इस्लाम धर्म दे विच इस नूं शैतान कहा जांदा सारियां शैतानियां इसे विच ही ने गुरुआं पीरां कोल बड़े गंदे गंदे रूप बना के आउंदा रहा है कदी कोई गंदियां चीज़ां हथ च फड़ के आ जाना किदे कुछ करना किदे कोई रूप धारना कौन है तू मैं कलयुग हाँ आखो आ की रूप धारिया बस ये कोई ही करा बिना पूरे गुरुआं तो बगैर नाम जपिया नहीं जाता आखो श्री ਵਾਹਿਗੁਰੂ गुरु साहब कृपा करन ते नाम जपिया जाएगा जितन सो वेला जित दर्शन करना हौं बलिहारी सतगुर चरना तन सो वेला जित दर्शन करना हौं बलिहारी सतगुर चरना जी के दाते प्रीतम प्रभ मेरे मन जीवे प्रभ
ਨਾਮ ਜਤੇਰੇ दाते प्रीतम प्रभ मेरे मन जीवे प्रभ नाम चिते ਤੇਰਾ ਮਨ ਜੀਵੇ ਤੇ ਜੀਵੇ ਤੇਰੇ ਨਾਮ ਵਿੱਚ, ਵਿਕਾਰਾਂ ਵਿੱਚ ਨਾ ਜੀਵੇ, ਪਾਪਾਂ ਵਿੱਚ ਨਾ ਜੀਵੇ। ਇਸ ਕਲਯੁਗ ਦੇ ਵਿੱਚ ਬਹੁਤ ਮਾੜੇ ਹਾਲ ਨੇ। ਹਰ ਵੇਲੇ ਮਨੁੱਖ ਨੂੰ ਪਾਪਾਂ ਵਾਲੇ ਪਾਸੇ ਹੀ ਪ੍ਰੇਰਦਾ ਹੈ। ਗੁਰੂ ਸਾਹਿਬ ਮਿਹਰ ਕਰਨ, ਮਿਹਰ ਕਰੇ ਤਾਂ ਖਸਮ ਤੇ ਆਈ। ਜੇ ਕਿਰਪਾ ਕਰਨ ਤੇ ਆਪਾਂ ਨਾਮ ਜਪ ਸਕਦੇ ਹਾਂ। ਸੰਤਾਂ ਸੰਗਤ ਨਰਕ ਨਾ ਪਾਈ। ਸੰਤਾਂ ਦੀ ਸੰਗਤ ਵਿੱਚ ਨਰਕਾਂ 'ਚ ਨਹੀਂ ਜਾਂਦੇ ਜੀ। ਮਿਹਰ ਕਰੇ ਤਾਂ ਖਸਮ ਤੇ ਆਈ। ਉਹਦੀ ਮਿਹਰ ਦੇ ਨਾਲ ਖਸਮ ਨੂੰ ਧਿਆਇਆ ਜਾਂਦਾ ਹੈ। ਚਿੱਠੀਏ ਨੀ ਚਿੱਠੀਏ ਗੁਰਾਂ ਵੱਲ ਲਿਖੀਏ, ਚਿੱਠੀਏ ਨੀ ਚਿੱਠੀਏ ਗੁਰਾਂ ਵੱਲ ਲਿਖੀਏ, ਸਤਿਗੁਰੂ ਨੂੰ तेरे ਸੇਵਕਾਂ ਦਾ ਮੰਦੜਾ ਹਾਲ ਆਖੀ ਮੇਰੇ ਸਤਿਗੁਰੂ ਨੂੰ। ਨਾਮ ਜਪਣੇ ਦਾ ਪੈ ਗਿਆ ਕਾਲ ਆਖੀ ਮੇਰੇ ਸਤਿਗੁਰੂ ਨੂੰ। चिट्ठिए नी चिट्ठिए गुरा वाले लिखिए, चिट्ठिए नी चिट्ठिए गुरा वाले लिखिए, आखी मेरे सतगुरु ਤੇਰੇ ਭਗਤਾਂ ਦਾ ਮੰਦਿਰਾ ਏ ਹਾਲ ਆਖੀ ਮੇਰੇ ਸਤਿਗੁਰੂ ਨੂੰ ਨਾਮ ਜਪਣੇ ਦਾ ਪੈ ਗਿਆ ਕਾਲ ਆਖੀ ਸਤਿਗੁਰੂ। ਚਿੱਠੀਏ ਨੀ ਚਿੱਠੀਏ ਗੁਰਾਂ ਵੱਲ ਲਿਖੀਏ, ਚਿੱਠੀਏ ਨੀ ਚਿੱਠੀਏ ਗੁਰਾਂ ਵੱਲ ਲਿਖੀਏ, ਆਖੀ ਮੇਰੇ ਸਤਿਗੁਰੂ ਨੂੰ ਤੇਰੇ ਸੇਵਕਾਂ ਦਾ ਮੰਦੜਾ ਹਾਲ ਆਖੀ ਮੇਰੇ ਸਤਿਗੁਰੂ ਨੂੰ। ਨਾਮ ਜਪਣੇ ਦਾ ਪੈ ਗਿਆ ਕਾਲ ਆਖੀ ਮੇਰੇ ਸਤਿਗੁਰੂ ਨੂੰ। ਨੀ ਚਿੱਠੀਏ ਗੁਰਾਂ ਵੱਲ ਲਿਖੀਏ, ਚਿੱਠੀਏ ਨੀ ਚਿੱਠੀਏ ਗੁਰਾਂ ਵੱਲ ਲਿਖੀਏ, ਆਖੀ ਮੇਰੇ ਸਤਿਗੁਰੂ ਨੂੰ ਤੇਰੇ ਸੇਵਕਾਂ ਦਾ ਮੰਦੜਾ ਏ ਹਾਲ ਆਖੀ ਮੇਰੇ ਸਤਿਗੁਰੂ। ਨਾਮ ਜਪਣੇ ਦਾ ਪੈ ਗਿਆ ਕਾਲ ਆਖੀ ਮੇਰੇ ਸਤਿਗੁਰੂ ਨੂੰ। ਚਿੱਠੀਏ ਨੀ ਚਿੱਠੀਏ ਗੁਰਾਂ ਵੱਲ ਲਿਖੀਏ, ਚਿੱਠੀਏ ਨੀ ਚਿੱਠੀਏ ਗੁਰਾਂ ਵੱਲ ਲਿਖੀਏ, ਆਖੀ ਮੇਰੇ ਸਤਿਗੁਰੂ ਤੇਰੇ ਸੇਵਕਾਂ ਦਾ ਮੰਦੜਾ ਹਾਲ ਆਖੀ ਮੇਰੇ ਸਤਿਗੁਰੂ। ਨਾਮ ਜਪਣੇ ਦਾ ਪੈ ਗਿਆ ਕਾਲ ਆਖੀ ਮੇਰੇ ਸਤਿਗੁਰੂ ਨੂੰ। ਚਿੱਠੀਏ ਨੀ ਚਿੱਠੀਏ ਗੁਰਾਂ ਵੱਲ ਲਿਖੀਏ, ਓ ਚਿੱਠੀਏ ਨੀ ਚਿੱਠੀਏ ਹਾਂ ਗੁਰਾਂ ਵੱਲ ਲਿਖੀਏ, ਆਖੀ ਮੇਰੇ ਮੇਰੇ ਸਤ- ਸਤਿਗੁਰੂ ਨੂੰ ਉਹ ਤੇਰੇ ਭਗਤਾਂ ਦਾ ਮੰਦੜਾ ਏ ਹਾਲ ਆਖੀ ਮੇਰੇ ਸਤਿਗੁਰੂ ਨੂੰ ਨਾਮ ਜਪਣੇ ਦਾ ਪੈ ਗਿਆ ਕਾਲ ਆਖੀ ਸਤਿਗੁਰੂ ਨੂੰ। ਚਿੱਠੀਏ ਨੀ ਚਿੱਠੀਏ ਗੁਰਾਂ ਵੱਲ ਲਿਖੀਏ,
ਚਿੱਠੀਏ ਨੀ ਚਿੱਠੀਏ ਗੁਰਾਂ ਵੱਲ ਲਿਖੀਏ, ਆਖੀ ਮੇਰੇ ਸਤਿਗੁਰੂ ਤੇਰੇ ਭਗਤਾਂ ਦਾ ਮੰਦੜਾ ਏ ਹਾਲ, ਆਖੀ ਮੇਰੇ ਸਤਿਗੁਰੂ ਨਾਮ ਜਪਣੇ ਦਾ ਪੈ ਗਿਆ ਕਾਲ, ਆਖੀ ਮੇਰੇ ਸਤਿਗੁਰ ਨੂੰ ਨਾਮ ਜਪਣਾ ਬੜਾ ਔਖਾ ਹੈ। ਪੁੰਨ ਦਾਨ ਯੱਗ ਕਰਨੇ ਬੜੇ ਔਖੇ ਹੈ। ਬੜੇ ਯੱਗ ਕੀਤੇ, ਪਰ ਹਰੇਕ ਯੱਗ ਵਿੱਚ ਕਲਯੁਗ ਵਿਗੜ ਪਾ ਜਾਵੇ। ਰਾਖਸ਼ ਹੁਣ ਕਲਯੁਗੇ ਉਦੋਂ ਰਾਖਸ਼ ਸੀ। ਤੇ ਮਹਾਂਪੁਰਸ਼ ਵਸ਼ਿਸ਼ਟ ਜੀ ਗਏ ਦਸ਼ਰਥ ਰਾਜਾ ਦੇ ਕੋਲ। ਰਾਜਾ ਅਸੀਂ ਬੜੇ ਯੱਗ ਕਰਦੇ ਹਾਂ, ਪੁੰਨ ਦਾਨ ਕਰਦੇ ਹਾਂ, ਹਰੇਕ ਯੱਗ ਦੇ ਵਿੱਚ ਆਣ ਕੇ ਰਾਖਸ਼ ਵਿਗੜ ਪਾਉਂਦੇ ਆ। ਮੰਦ ਬੁੱਧੀ ਵਾਲੇ ਭੂਤ ਪ੍ਰੇਤ ਰਾਖਸ਼ ਬੜੀਆਂ ਰੂਹਾਂ ਸੰਸਾਰ 'ਚ ਭੜਕਦੀਆਂ, ਇਹ ਬਹੁਤ ਦੁੱਖ ਦਿੰਦੀਆਂ। ਜਿਹੜੇ ਘਰ 'ਚ ਪ੍ਰਵੇਸ਼ ਹੋ ਜੇ ਉਸ ਘਰ ਦਾ ਜੀਣਾ ਨਰਕ ਬਰਾਬਰ ਹੋ ਜਾਂਦਾ। ਕਿਸੇ ਨੇ ਬੇਨਤੀ ਕੀਤੀ ਬਾਬਾ ਖੇਮ ਸਿੰਘ ਜੀ ਨੂੰ ਕਿ ਮਹਾਰਾਜ ਘਰ ਵਿੱਚ ਭੂਤ ਪ੍ਰੇਤ ਦਾ ਵਾਸਾ ਹੈ, ਹਰ ਕੰਮ 'ਚ ਵਿਘਨ ਪੈਂਦਾ, ਪਾਠ ਸਿਮਰਨ 'ਚ ਵਿਘਨ, ਹਰ ਕੰਮ 'ਚ ਹੀ ਨੁਕਸਾਨ, ਭਲੇ ਕੰਮ 'ਚ ਗੁਰੂ ਘਰ ਵਾਲੇ ਪਾਸੇ ਮੂੰਹ ਕਰਦੇ ਆ ਤੇ ਨੁਕਸਾਨ, ਪਾਠ ਸਿਮਰਨ ਦੇ ਵਿੱਚ ਵਿਘਨ। ਮਹਾਂਪੁਰਸ਼ ਕਹਿੰਦੇ ਗੰਦੀਆਂ ਰੂਹਾਂ ਹੁੰਦੀਆਂ, ਇਹ ਗੰਦਗੀ ਤੇ ਆਉਂਦੀਆਂ। ਸਭ ਤੋਂ ਪਹਿਲਾਂ ਘਰ ਵਿੱਚ ਪੂਰੀ ਸਫਾਈ ਰੱਖੋ, ਧੂਫ ਬੱਤੀ ਲਾਓ, ਅੰਮ੍ਰਿਤ ਦਾ ਛੱਟਾ ਦਿਓ, ਮਾਸ ਸ਼ਰਾਬ ਜਿੱਥੇ ਜਿੱਥੇ ਬੁਰੇ ਕੰਮ, ਬੁਰੇ ਐਬ, ਬੁਰੀਆਈਆਂ, ਪਲੀਤੀ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਗੰਦਗੀ ਗੰਦਗੀ ਰਹਿਣੀ ਘਰ 'ਚ। ਕਈਆਂ ਦੇ ਘਰਾਂ ਵਿੱਚ ਤਾਂ ਗੰਦ ਡਿੱਗਣਾ ਸ਼ੁਰੂ ਹੋ ਜਾਂਦਾ, ਪਦਾਰਥ 'ਚ ਗੰਦ ਪੈ ਜਾਂਦਾ। ਇਹ ਗੰਦੀਆਂ ਰੂਹਾਂ ਦਾ ਪ੍ਰਵੇਸ਼ ਹੁੰਦਾ ਹੈ। ਗੰਦ ਦੀ ਨਿਸ਼ਾਨੀ ਕਿ ਗੰਦੀਆਂ ਰੂਹਾਂ ਦਾ ਵਾਸ ਹੈ। ਚੰਗੇਪਣ ਦੀ ਨਿਸ਼ਾਨੀ ਕਿ ਦੇਵਤਿਆਂ ਦਾ ਪ੍ਰਵੇਸ਼ ਹੋ ਗਿਆ, ਮਹਾਂਪੁਰਖਾਂ ਦਾ ਪ੍ਰਵੇਸ਼ ਹੋ ਗਿਆ, ਨਾਮ ਦਾ ਪ੍ਰਤਾਪ ਹੋ ਗਿਆ। ਕਹਿੰਦੇ ਇੱਕ ਤਾਂ ਸਫਾਈ ਰੱਖੋ, ਧੂਫ ਬੱਤੀ ਰੱਖੋ, ਮਾਂ ਸ਼ਰਾਬ ਘਰ ਵਿੱਚ ਨਾ ਆਵੇ, ਕੋਈ ਪੀਣ ਖਾਣ ਵਾਲਾ ਬੰਦਾ ਵੀ ਨਾ ਆਵੇ ਅੰਦਰ ਘਰ 'ਚ। ਕਈ ਤਾਂ ਇੰਨਾ ਘਰ ਆਪਣੇ ਨੂੰ ਸੁਥਰਾ ਰੱਖਦੇ ਆ ਕਿ ਜੁੱਤੀ ਲੈ ਕੇ ਪ੍ਰਵੇਸ਼ ਨਹੀਂ ਕਰਦੇ, ਘਰ ਵਿੱਚ ਆਸਣ ਲਾ ਲੈਂਦੇ ਆ, ਗੁਰੂਆਂ ਪੀਰਾਂ ਦਾ ਆਸਣ ਲਾ ਲੈਂਦੇ ਆ, ਮੰਜੇ ਤੇ, ਪਲੰਘ ਤੇ, ਕੁਰਸੀ ਤੇ, ਬਾਰੀ ਵਿੱਚ। ਤੇ ਘਰ ਵਿੱਚ ਉੱਥੇ ਫਿਰ ਗੁਰੂਆਂ ਦਾ, ਰਿਸ਼ੀਆਂ ਮੁਨੀਆਂ ਦਾ ਵਾਸਾ ਹੋ ਜਾਂਦਾ। ਕਿਉਂ ਧੂਫਾ ਦਿਖਾਉਣੇ ਆਪਾਂ, ਜੋਤ ਕਿਉਂ ਜਗਾਉਣੇ ਆ, ਝਾੜੂ ਪੋਚੇ ਕਿਉਂ ਲਾਉਣੇ ਆ, ਬਸਤਰ ਧੋਤੇ ਸੁੱਚੇ ਕਿਉਂ ਵਰਤਦੇ ਆ, ਆਸ ਧੋ ਕੇ ਨਹਾ ਕੇ ਕਿਉਂ ਜਾਂਦੇ ਆ। ਜੇ ਨਾ ਕਰੀਏ ਤੇ ਕਲਯੁਗ ਦੀ ਗੰਦਗੀ ਨਾਲ ਆ ਜਾਂਦੀ ਭੂਤ ਪ੍ਰੇਤ ਦੀ। ਉਹ ਗੰਦੀ ਚੀਜ਼ ਰਾਹੀਂ ਆਉਂਦਾ ਹੈ।
मैल राही आएगा, गंदगी राही आएगा, लीड़े कपड़े गंदियां राही आएगा, ਉਹਨੂੰ ਪ੍ਰਵੇਸ਼ ਨਹੀਂ ਦੇਣਾ। ਇਹਨਾਂ ਰੂਹਾਂ ਗੰਦੀਆਂ ਚੀਜ਼ਾਂ ਦੀ ਖੁਰਾਕ ਗੰਦਗੀ। ਕਹਿੰਦੇ ਘਰ ਵਿੱਚ ਮਾਸ ਸ਼ਰਾਬ ਗੰਦੀ ਚੀਜ਼ ਦਾ ਪ੍ਰਵੇਸ਼ ਨਾ ਹੋਣ ਦਿਓ। ਤੇ ਸਵੇਰੇ ਉੱਠ ਕੇ 4 ਵਜੇ ਸਾਰਾ ਪਰਿਵਾਰ ਇਸ਼ਨਾਨ ਕਰਕੇ ਜ਼ਮੀਨ ਤੇ ਆਸਣ ਲਾ ਕੇ ਗੁਰੂ ਸਾਹਿਬ ਦਾ, ਮਹਾਂਪੁਰਸ਼ਾਂ ਦਾ, ਗੁਰੂਆਂ ਦਾ ਮੰਜੇ ਤੇ ਲਾ ਕੇ ਮਾਲਾ ਗੁੜ ਕੇ ਮਹਾਂਪੁਰਖਾਂ ਦੀਆਂ ਫੋਟੋਆਂ ਪਲੰਘ ਤੇ ਲਾਉਣੀਆਂ ਨੇ। ਰਹਿ ਕੇ ਬਹਿ ਕੇ ਪਰਿਵਾਰ ਨੇ ਪਾਠ ਕਰਨਾ ਹੈ, ਬੋਲ ਕੇ ਕਰਨਾ ਅੰਮ੍ਰਿਤ ਵੇਲੇ ਜਪਜੀ ਸਾਹਿਬ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ, ਨਾਨਕ ਹੋਸੀ ਪੀ ਸਚ। ਫਿਰ ਸੁਖਮਨੀ ਸਾਹਿਬ ਦਾ ਪਾਠ ਬੋਲ ਕੇ ਕਰਨਾ ਹੈ। ਆਦਿ ਗੁਰੇ ਨਮః, ਜੁਗਾਦ ਗੁਰੇ ਨਮః, ਸਤ ਗੁਰੇ ਨਮঃ, ਸ੍ਰੀ ਗੁਰਦੇਵੇ ਨਮঃ। ਇਹ ਸੁਖਮਨੀ ਸਾਹਿਬ ਦਾ ਪਾਠ। ਕਹਿੰਦੇ ਕੋਈ ਵੀ ਕਸਰ ਹੋਏਗੀ ਨਾ ਘਰ ਤੋਂ ਬਾਹਰ ਹੋ ਜਾਏਗੀ। ਬਾਣੀ ਜਦੋਂ ਪੜ੍ਹੀ ਜਾਂਦੀ ਹੈ ਉਦੋਂ ਉਹਨਾਂ ਨੂੰ ਅੱਗ ਲੱਗਦੀ, ਸਾੜਾ ਪੈਂਦਾ ਹੈ, ਉਹ ਘਰ ਤੋਂ ਬਾਹਰ ਹੋ ਜਾਂਦੇ। ਕਹਿੰਦੇ 40 ਦਿਨ ਲਗਾਤਾਰ ਗੁਰਬਾਣੀ ਦਾ ਪ੍ਰਵੇਸ਼ ਰੱਖੋ ਘਰ 'ਚ। ਕਸ਼ਟ ਲਾ ਦਿਓ, ਕੋਈ ਹੋਰ ਸਾਧਨ ਕਰ ਲਓ, ਪਾਠ ਬਹਿ ਕੇ ਕਰਨ ਲੱਗ ਜਾਓ, ਉਹਨੂੰ ਆਉਣ ਦਾ ਸਮਾਂ ਨਾ ਦਿਓ। ਕਹਿੰਦੇ ਫਿਰ ਉਹ ਜਿਹੜੀ ਗੰਦੀ ਰੂਹ ਤੁਹਾਡੇ ਘਰ 'ਚ ਵੜੀ ਹੈ ਨਾ, ਉਹ ਕਿਸੇ ਹੋਰ ਥਾਂ ਦੇ ਟਿਕਾਣਾ ਬਣਾ ਲੇਗੀ ਆਪਦਾ, ਇੱਥੇ ਨਹੀਂ ਰਹੇਗੀ। ਇਤਿਹਾਸ ਪੜ੍ਹੋ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਆਨੰਦਪੁਰ ਦੀ ਧਰਤੀ ਤੇ ਡੇਰੇ ਲਾਏ ਆ ਨਾ, ਮਾਖੋਵਾਲ ਜਗ੍ਹਾ ਦਾ ਨਾਂ ਸੀ, ਉੱਥੇ ਬਹੁਤ ਵੱਡਾ ਪ੍ਰੇਸ ਸੀ ਮਾਖੋ ਦੇ ਨਾਂ ਦਾ। ਉਹਦਾ ਪਰਿਵਾਰ ਵੱਧ ਗਿਆ ਸੀ, ਭੂਤਾਂ ਦੇ ਵੀ ਬੜੇ ਜੀਅ ਬਣ ਗਏ ਸੀ ਅੱਗੇ। ਮਾਰ ਮਾਰ ਕੇ ਬੰਦਿਆਂ ਨੂੰ, ਪਸ਼ੂਆਂ ਨੂੰ ਆਪਦੇ ਨਾਲ ਰਲਾ ਲੈਂਦੇ ਸੀ। ਪੂਰਾ ਕਬੀਲਾ ਵੱਸਦਾ ਸੀ ਉੱਥੇ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਡੇਰਾ ਲਾ ਲਿਆ। ਜਦੋਂ ਅੰਮ੍ਰਿਤ ਵੇਲੇ ਬਾਣੀ ਦਾ ਜਾਪ ਉਚਾਰਿਆ, ਸ਼ਾਮਾਂ ਨੂੰ ਉਚਾਰਿਆ, ਗੁਰਬਾਣੀ ਦੇ ਪ੍ਰਵਾਹ ਚਲਾਏ, ਉਹਨਾਂ ਨੂੰ ਅੱਗ ਲੱਗੇ। ਜ਼ੋਰ ਤਾਂ ਪਵੇ ਨਾ, ਸਿੱਖਾਂ ਦੇ ਗੁਰੂਆਂ ਦੇ ਬਾਣੀ ਪੜ੍ਹਨ ਵਾਲੇ ਸੀ, ਪਵਿੱਤਰ ਰਹਿਣ ਵਾਲੇ ਸੀ। ਮਾਂ ਸੰਪੜ ਪਾਠ ਦੇ ਵਿੱਚ ਮਰਜ਼ਾਦਾ ਹੁੰਦੀ, ਤੁਸੀਂ ਸੁੱਚੇ ਹੀ ਰਹਿਣਾ, ਬਿਸਤਰੇ ਤੇ ਵੀ ਸੁੱਚੇ ਹੀ ਪੈਣਾ ਹੈ, ਸੁੱਚੇ ਬਸਤਰ ਰੱਖਣੇ ਆ। ਜਦੋਂ ਬਾਹਰ ਜੰਗਲ ਪਾਣੀ ਕਿਰਿਆ ਸੋਧਣੀ, ਨਾਲ ਹੀ ਇਸ਼ਨਾਨ ਕਰਕੇ ਆ ਜਾਣਾ। ਆਸਣ ਤੇ ਵੀ ਪਹਿਰਾ ਰਵੇ। ਤੁਹਾਡੇ ਅੰਦਰ ਫਿਰ ਭਗਤੀ ਦਾ ਵਾਸਾ ਹੋਏਗਾ, ਪਾਠ ਕਰਨ ਨੂੰ ਜੀ ਕਰੇਗਾ, ਨਾਮ ਜਪਣ ਨੂੰ ਜੀ ਕਰੇਗਾ, ਸਾਖੀਆਂ ਸੁਣਨ ਨੂੰ ਜੀ ਕਰੇਗਾ। ਚੰਗੇ ਚੰਗੇ ਬੋਲ ਅੰਦਰੋਂ ਨਿਕਲਣਗੇ, ਗੰਦ ਨਹੀਂ ਨਿਕਲੇਗਾ, ਗੰਦੀ ਸੋਚ ਨਹੀਂ ਆਏਗੀ। ਇਹ ਗੁਰਬਾਣੀ ਦੇ ਸਦਕਾ। ਹੁਣ ਸਿੱਖਾਂ ਦੇ ਗੁਰੂ ਤੇ ਜ਼ੋਰ ਨਾ ਚੱਲੇ। ਫਿਰ ਉਹ ਗੁਰੂ ਸਾਹਿਬ ਦੇ ਕੋਲ ਆ ਗਏ, ਜੀ ਮਹਾਰਾਜ ਵੀ ਇਹ ਸਾਡਾ ਥਾਂ ਹੈ, ਅਸੀਂ ਬਹੁਤ ਦੇਰ ਤੋਂ ਰਹਿੰਦੇ ਹਾਂ, ਤੁਸੀਂ ਕਿਤੇ ਹੋਰ ਚਲੇ ਜਾਓ। ਗੁਰੂ ਸਾਹਿਬ ਕਹਿੰਦੇ ਅਸੀਂ ਤੁਹਾਨੂੰ ਕੋਈ ਨਹੀਂ ਆਖਦੇ, ਤੁਸੀਂ ਜਿਵੇਂ ਮਰਜ਼ੀ ਲੱਗੇ ਫਿਰੋ। ਬੜੇ ਬੜੇ ਦਰਖਤ ਸੀ, ਉਹਨਾਂ ਦਾ ਵਾਸਾ ਸੀ, ਪੁਰਾਣੇ ਪੁਰਾਣੇ ਦਰਖਤ ਸੀ। ਕਹਿੰਦੇ ਮਹਾਰਾਜ ਵੀ ਤੁਸੀਂ ਜਦੋਂ ਪੜ੍ਹਦੇ ਬਾਣੀ
ਸਿੱਖ ਪੜ੍ਹਦੇ ਬਾਣੀ ਤੇ ਸਾਡਾ ਤਾਂ ਜੀਣਾ ਹਰਾਮ ਹੋ ਜਾਂਦਾ, ਸਾਨੂੰ ਅੱਗ ਲੱਗਦੀ। ਗੁਰੂ ਸਾਹਿਬ ਕਹਿੰਦੇ ਤੁਸੀਂ ਕਰਦੇ ਕੀ ਜੀ ਇੱਥੇ? ਕਹਿੰਦੇ ਅਸੀਂ 60-100 ਮੀਲ ਦਾ ਏਰੀਆ ਹੈ ਜਿੱਥੇ ਅਸੀਂ ਫਸਲਾਂ ਦੇ ਨੁਕਸਾਨ ਕਰਦੇ ਹਾਂ, ਲੋਕਾਂ ਦੇ ਕਾਰੋਬਾਰ 'ਚ ਨੁਕਸਾਨ ਕਰਨੇ ਆ, ਲੜਾਈਆਂ ਪਾਉਣੇ ਆ, ਸ਼ਰਾਬਾਂ ਮਾਸ ਸਾਹਿਬ ਲੋਕਾਂ ਨੂੰ ਪੀਣ ਲਾਉਣੇ ਆ, ਭੈੜੀਆਂ ਆਦਤਾਂ ਤੇ ਲਾਉਣੇ ਆ, ਫਸਲਾਂ ਦੀ ਤਬਾਹੀ ਕਰਦੇ ਆ, ਬੰਦਿਆਂ ਦੀ ਬੁੱਧ ਵਿਗਾੜਦੇ ਆ, ਪਸ਼ੂਆਂ ਨੂੰ ਮਾਰਦੇ ਆ, ਬੰਦਿਆਂ ਨੂੰ ਮਾਰ ਲੈਂਦੇ ਆ, ਅਸੀਂ ਆਪਣੇ ਨਾਲ ਲਾ ਲੈਂਦੇ ਹਾਂ। ਸਾਡਾ ਇਹ ਕੰਮ ਹੈ। 60-100 ਮੀਲ ਦਾ ਏਰੀਆ ਪੂਰਾ ਦੁਖੀ, ਇਹਨਾਂ ਤਬਾਹੀ ਮਚਾਈ ਹੋਈ ਸੀ। ਗੁਰੂ ਸਾਹਿਬ ਕਹਿੰਦੇ ਵੀ ਅਸੀਂ ਤਾਂ ਇੱਥੇ ਹੀ ਬਿਰਾਜਣਾ ਹੈ। ਉਹਨਾਂ ਬੜਾ ਜ਼ੋਰ ਲਾਇਆ ਜੀ, ਬਹੁਤ ਵਧੀਆ ਵਧੀਆ ਥਾਵਾਂ ਨੇ, ਤੁਸੀਂ ਉੱਥੇ ਚਲੇ ਜਾਓ। ਗੁਰੂ ਸਾਹਿਬ ਕਹਿੰਦੇ ਅਸੀਂ ਤਾਂ ਇੱਥੇ ਹੀ ਬਿਰਾਜਣਾ ਹੈ। ਸਾਡੀ ਪਿਛਲੇ ਪੂਰਬਲੇ ਸਮੇਂ ਦੀ, ਪਿਛਲੇ ਜਨਮਾਂ ਦੀ ਇਹ ਥਾਂ ਸਾਡੀ। ਜਪੋ ਸਾਰੀ ਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਗੁਰੂ ਸਾਹਿਬ ਕਹਿੰਦੇ ਅਸੀਂ ਆਪਣਾ ਕੰਮ ਕਰਦੇ ਹਾਂ, ਉਹ ਕਹਿੰਦੇ ਸਾਨੂੰ ਤਕਲੀਫ ਹੁੰਦੀ ਹੈ। ਬਸ ਫਿਰ ਕੀ, ਨਾਮ ਦੇ ਪ੍ਰਤਾਪ ਨਾਲ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਜਮ ਵੀ ਭੱਜ ਜਾਂਦੇ, ਉਹਨਾਂ ਭੂਤਾਂ ਪ੍ਰੇਤਾਂ ਨੂੰ ਭਾਜੜਾ ਪੈ ਗਈਆਂ। ਗੁਰੂ ਮਹਾਰਾਜ ਨੇ ਉੱਥੋਂ ਭਜਾਏ ਸਾਰੇ। ਹੋਰ ਕਿਤੇ ਆਪਦਾ ਡੇਰਾ ਕਰ ਲਓ। ਫਿਰ ਉਹ ਸਾਰੇ ਹੀ ਉੱਥੋਂ ਚਲੇ ਗਏ, ਸਾਰਾ ਇਲਾਕਾ ਸੁਖੀ ਹੋ ਗਿਆ। ਨੇੜੇ ਨੇੜੇ ਨਗਰਾਂ ਵਾਲੇ ਮਹਾਰਾਜ ਜਦੋਂ ਦੇ ਤੁਸੀਂ ਆਏ ਜੇ ਨਾ, ਅਸੀਂ ਸੌਖੇ ਹੋ ਗਏ। ਆਖੋ ਸਾਡੇ ਕਾਰੋਬਾਰ ਠੀਕ ਹੋ ਗਏ ਆ, ਫਸਲਾਂ ਬਹੁਤ ਹੁੰਦੀਆਂ ਨੇ, ਮਾਲ ਡੰਗਰ ਪਸ਼ੂਆਂ ਦਾ ਨੁਕਸਾਨ ਨਹੀਂ ਹੁੰਦਾ। ਤੁਸੀਂ ਨਾ ਜਾਇਓ, ਮਹਾਰਾਜ ਇੱਥੇ ਹੀ ਰਿਹਾ ਜੇ। ਜਦੋਂ ਦੇ ਤੁਸੀਂ ਆਏ ਜੇ ਅਸੀਂ ਬੜੇ ਸੁਖੀ ਹੋ ਗਏ। ਹੁਣ ਵਿਚਲੀ ਗੱਲ ਨੂੰ ਜਾਣੇ ਕੌਣ? ਜਾਣਦੇ ਤਾਂ ਪੂਰਨ ਮਹਾਂਪੁਰਸ਼ ਗੁਰੂ ਨੇ, ਜਿਨ੍ਹਾਂ ਨੇ ਉੱਥੋਂ ਦਾ ਗੰਦ ਕੱਢਿਆ, ਉੱਥੋਂ ਦੀਆਂ ਪਾਪੀ ਰੂਹਾਂ ਨੂੰ ਭਜਾਇਆ। ਉਹਨਾਂ ਨੂੰ ਲੱਗਿਆ ਕਿ ਜਦੋਂ ਦੇ ਗੁਰੂ ਆਏ ਨੇ ਸਾਡੇ ਫਸਲਾਂ ਵੀ ਠੀਕ ਹੋਣ ਲੱਗ ਪਈਆਂ, ਮਾਲ ਡੰਗਰ ਵੀ ਸੁਖੀ ਹੋ ਗਿਆ, ਅਸੀਂ ਵੀ ਬਹੁਤ ਦੁਖੀ ਸੀ। ਇਸ ਕਰਕੇ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁਕੇ ਮਿਰਗਾਵਲੀ, ਪੰਨੀ ਜਾਏ ਨਾ ਧੀਰ ਤਰੋਆ। ਕਿਤੇ ਭਾਜੜਾ ਪੈ ਜਾਂਦੀਆਂ ਇਹਨਾਂ ਨੂੰ, ਗਿੱਦੜਾਂ ਨੂੰ, ਮਿਰਗਾਂ ਨੂੰ। ਸਾਰੇ ਸਿੰਘ ਦੀ, ਸ਼ੇਰ ਦੀ ਗਰਜ ਤੋਂ ਸਾਰੇ ਹੀ ਭੱਜ ਪੈਂਦੇ। ਸ਼ੇਰ ਜਦੋਂ ਗਰਜੇ, ਮਹਾਂਪੁਰਸ਼ ਗੁਰੂ ਪੀਰ ਆ ਜਾਣ ਨਾ, ਫਿਰ ਗੰਦੀਆਂ ਰੂਹਾਂ ਨੂੰ ਭਾਜੜਾ ਪੈ ਜਾਂਦੀਆਂ। ਨਹੀਂ ਤਾਂ ਕਦੀ ਕਿਸੇ ਸਰੀਰ 'ਚ ਬਿਮਾਰੀ, ਕਿਸੇ ਅੰਗ ਵਿੱਚ ਰੋਗ, ਸਿਰ ਤੇ ਬੋਝ, ਕੰਮਕਾਰ ਨੂੰ ਜੀ ਨਹੀਂ ਕਰਦੇ।
ਇਹ ਫਿਰ ਪ੍ਰਵੇਸ਼ ਹੋ ਜਾਂਦਾ ਹੈ। ਸਾਡੇ ਮਾੜੇ ਕਰਮ ਸਾਡੇ ਤੇ ਭਾਰੂ ਹੋ ਜਾਂਦੇ ਆ। ਉਹਨਾਂ ਕਿਹਾ ਮਹਾਰਾਜ ਅਸੀਂ ਤੁਹਾਡੀ ਸ਼ਰਨ ਲਈ, ਸਿੰਘ ਸਰਨ ਕਤ ਜਾਈਏ ਜੋ ਜੰਬਕ ਗਰਾਸੇ। ਜੰਬਕ ਕਹਿੰਦੇ ਗਿੱਦੜ ਨੂੰ। ਸ਼ੇਰ ਦੀ ਸ਼ਰਨ ਲੈਣ ਦਾ ਫਾਇਦਾ ਕੀ ਜੇ ਗਿੱਦੜਾ ਨਹੀਂ ਤੰਗ ਕਰਨਾ। ਅਸੀਂ ਤੁਹਾਡੀ ਸ਼ਰਨ ਲਈਏ। ਤਵ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੀ। ਜੇ ਮਾੜੇ ਕਰਮੀ ਸਾਡੇ ਨਹੀਂ ਭੱਜਣੇ, ਇਹਨਾਂ ਸਾਨੂੰ ਪਰੇਸ਼ਾਨ ਕਰੀ ਜਾਣਾ ਹੈ, ਤੇ ਫਿਰ ਕੀ ਗੁਣ ਹੈ ਸੇਵਾ ਦਾ, ਨਾਮ ਦਾ, ਬਾਣੀ ਦਾ। ਇਹਦੇ ਨਾਲ ਮਾੜੇ ਕਰਮ ਸਹੀ ਹੋ ਜਾਂਦੇ। ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੇ। ਜੇ ਗੰਦੇ ਕਰਮ ਨਸਣੇ ਹੀ ਨਹੀਂ ਸਾਡੇ, ਇਹ ਮਾੜੇ ਕਰਮ ਸਾਨੂੰ ਚੰਬੜੇ ਹੀ ਰਹਿਣੇ ਆ। ਦੋਸ਼ ਨਾ ਕਿਸੇ ਨੂੰ ਦੇਵੀਂ, ਦੋਸ਼ ਕਰਮਾਂ ਆਪਣੀਆਂ। ਦੱਦਾ ਦੋਸ਼ ਨਾ ਕਿਸੇ ਦੇਈ, ਦੋਸ਼ ਕਰਮਾਂ ਆਪਣੀਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਮੇਰੇ ਮਾੜੇ ਕਰਮ ਨੇ ਉਹ ਪਰੇਸ਼ਾਨ ਕਰਦੇ ਨੇ, ਉਹ ਨਾਮ ਵਿੱਚ ਚਿੱਤ ਨਹੀਂ ਲਾਉਣ ਦਿੰਦੇ, ਇਹ ਵਿਗਣੇ। ਫਿਰ ਗੁਰੂ ਪੀਰ ਮਹਾਂਪੁਰਸ਼ ਜੁਗਤੀ ਦੱਸਦੇ, ਹੋਰ ਜਾਣਾ ਕਿੱਥੇ ਆ। ਮਹਾਂਪੁਰਸ਼ਾਂ ਨੇ ਸਾਡੀਆਂ ਡਿਊਟੀਆਂ ਲਾਉਣੀਆਂ, ਉੱਥੇ ਕਰੋ ਕੰਮ, ਉੱਥੇ ਸਕੂਲ ਸਰੋਵਰ ਫਲਾਣੀ ਜਗ੍ਹਾ ਚਲੇ ਜਾਓ, ਇੱਧਰ ਚਲੇ ਜਾਓ। ਜਦੋਂ ਪੈਣੇ ਵਿਘਨ, ਕੋਈ ਨੁਕਸਾਨ ਹੋਣੇ, ਮਾਣੋ ਚਾਟ ਰਹਿਣਾ, ਆਣ ਕੇ ਬੇਨਤੀ ਕਰਨੀ ਮਹਾਰਾਜ। ਫਿਰ ਉਹਨਾਂ ਨੇ ਜੁਗਤੀ ਸਮਝਾਉਣੀ। ਇਹ ਪ੍ਰਤਾਪ ਹੁੰਦਾ ਹੈ। ਇਹ ਰਿਸ਼ੀ ਵਿਸ਼ਵਾਮਿੱਤਰ ਜੀ ਆਏ, ਮਹਾਰਾਜ ਦਸ਼ਰਥ ਜੀ ਸਾਨੂੰ ਰਾਖਸ਼ ਬੜੇ ਤੰਗ ਕਰਦੇ ਆ, ਸਾਡੇ ਪਾਠ ਨਿਯਮ ਯੱਗ ਵਿੱਚ ਧਰਮ ਦੇ ਕੰਮਾਂ 'ਚ ਆਣ ਕੇ ਵਿਘਨ ਪਾ ਜਾਂਦੇ ਆ, ਉਹਨਾਂ ਦਾ ਫਿਰ ਫਲ ਨਹੀਂ ਮਿਲਦਾ। ਤੇ ਤੁਸੀਂ ਇਹਨਾਂ ਬੱਚਿਆਂ ਨੂੰ ਭੇਜੋ ਸਾਡੇ ਨਾਲ। ਛੋਟੀ ਛੋਟੀ ਉਮਰ ਦੇ ਸੀ ਰਾਮ ਤੇ ਲਛਮਣ। ਆਖੋ ਜੀ ਵਾਹ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਛੋਟੀ ਉਮਰ ਵਿੱਚ ਬੜੇ ਬੜੇ ਕੌਤਕ ਕਰਦੇ ਸੀ, ਬੜੇ ਬੜੇ ਚੋਜ ਕਰਦੇ ਸੀ। ਰੱਬ ਸੀ ਆਪ, ਬੜੀ ਲੀਲਾ ਰਾਜਦੇ ਸੀ। ਕੋਈ ਮਾੜੀ ਵਸਤੂ ਨੇੜੇ ਨਹੀਂ ਆ ਸਕਦੀ, ਗੁਰੂਆਂ ਦਾ ਪ੍ਰਤਾਪ ਹੁੰਦਾ। ਦਸ਼ਰਥ ਜੀ ਕਹਿਣ ਲੱਗੇ ਵੀ ਰਿਸ਼ੀ ਜੀ ਇਹ ਬੱਚੇ ਕੀ ਕਰਨਗੇ ਉੱਥੇ। ਕਹਿੰਦੇ ਮਹਾਰਾਜ ਇਹਨਾਂ ਨੇ ਤਾਂ ਜਦੋਂ ਜਨਮ ਲਿਆ ਸੀ ਉਦੋਂ ਸਾਰੀਆਂ ਮਾੜੀਆਂ ਰੂਹਾਂ ਰਾਖਸ਼ ਭੂਤ ਪ੍ਰੇਤ ਕੰਬ ਗਏ ਸੀ, ਭਾਜੜਾ ਪੈ ਗਈਆਂ ਸੀ। ਬਸ ਇਹ ਉੱਥੇ ਬਹਿ ਜਾਣਗੇ, ਜਾ ਕੇ ਰਾਖਸ਼ ਨਹੀਂ ਨੇੜੇ ਆਉਣਗੇ, ਮੂੰਹ ਨਹੀਂ ਕਰਨਗੇ। ਤਾਂ ਇਹਨਾਂ ਦਾ ਪ੍ਰਤਾਪ ਇੰਨਾ। ਆਪਣੇ ਗੁਰੂਆਂ ਪੀਰਾਂ ਦੀਆਂ ਤੁਸੀਂ ਫੋਟੋਆਂ ਵੇਖਦੇ ਜੀ, ਉਹਦੇ ਪਿੱਛੇ ਪ੍ਰਕਾਸ਼ ਬਣਿਆ ਹੁੰਦਾ ਸੀਸ ਤੇ। ਕਿਸੇ ਸਰੂਪ ਦੇ ਵੱਡਾ ਹੁੰਦਾ, ਕਿਸੇ ਦੇ ਥੋੜਾ। ਚੰਦਰਮਾ ਦੇ ਪਾਸੇ ਪ੍ਰਕਾਸ਼ ਵੇਖਦੇ ਹੋ, ਸੂਰਜ ਦੇ ਪਾਸੇ ਕਿੰਨਾ ਪ੍ਰਕਾਸ਼ ਹੁੰਦਾ ਹੈ। ਇਹ ਪਿੱਛੇ ਪ੍ਰਕਾਸ਼ ਹੀ ਹੈ ਮਹਾਂਪੁਰਖਾਂ ਦੇ, ਗੁਰੂਆਂ ਦੇ, ਕਿ
ਇਹੋ ਜਿਹਾ ਸ਼ਕਤੀ ਦਾ ਏਰੀਆ ਹੁੰਦਾ ਹੈ, ਉਸ ਪਾਸੇ ਘੁੰਮਦਾ ਹੈ ਜਿਵੇਂ ਭਗਵਾਨ ਕ੍ਰਿਸ਼ਨ ਦੇ ਕੋਲ ਹਰ ਸਮੇਂ ਸੁਦਰਸ਼ਨ ਚੱਕਰ ਹਾਜ਼ਰ ਰਹਿੰਦਾ ਸੀ। ਜਦੋਂ ਕਿਸੇ ਭਗਤ ਦੇ ਭੀੜ ਪੈਂਦੀ ਸੀ ਤੇ ਉਹ ਸੁਦਰਸ਼ਨ ਚੱਕਰ ਨੂੰ ਛੱਡ ਦਿੰਦੇ ਸੀ, ਉਹ ਭਜਾਉਂਦਾ ਸੀ, ਫਿਰ ਉਹਨਾਂ ਨੂੰ ਚੀਰਦਾ ਸੀ, ਉਹਨਾਂ ਨੂੰ ਵੱਢਦਾ ਸੀ, ਸਾਰਿਆਂ ਨੂੰ ਭਾਜੜਾ ਪੈ ਜਾਂਦੀਆਂ ਸੀ। ਅੰਬਰੀਕ ਮੋਹੇ ਵਰਤ ਹੈ, ਰਾਤ ਪਈ ਦਰਬਾਸਾ ਆਇਆ, ਭੀੜਾ ਉਸ ਪਾਰ ਨਾ ਉੱਠ ਨਾਵਣ ਨਦੀ ਸਦਾਇਆ, ਚਰਨੋਂ ਦਕਲੇ ਪੇਖਿਆ ਉਹ ਸਰਾਪ ਦੇਰ ਨੂੰ ਤਾਇਆ, ਚੱਕਰ ਸੁਦਰਸ਼ਨ ਕਾਲ ਰੂਪ ਹੋਏ, ਪੀਹਾਂ ਵੱਲ ਗਰਭ ਗਵਾਇਆ, ਬਾਹਮਣ ਭੰਨਾ ਜੀਓ ਲੈ। ਕਹਿੰਦੇ ਸੁਦਰਸ਼ਨ ਚੱਕਰ ਫਿਰ ਪਿਆ ਉਹਦੇ ਮਗਰ ਦਰਬਾਸਾ ਦੇ, ਦਰਬਾਸਾ ਸੀ ਬਾਹਮਣ, ਕਹਿੰਦੇ ਬਾਹਮਣ ਤਾਂ ਫਿਰ ਭੱਜਿਆ। ਰਾਖਣਾ ਹੰਗਨ ਦੇਵ ਸਵਾਇਆ, ਇੰਦਰ ਲੋਕ ਸ਼ਿਵ ਲੋਕ ਬ੍ਰਹਮ ਲੋਕ, ਸਾਰੀਆਂ ਤੇ ਗਿਆ। ਸ਼ਿਵ ਲੋਕ 'ਚ ਗਿਆ, ਇੰਦਰ ਲੋਕ 'ਚ ਗਿਆ, ਬ੍ਰਹਮ ਲੋਕ 'ਚ ਗਿਆ। ਸਾਰਿਆਂ ਨੇ ਕਿਹਾ ਵੀ ਚਲਾ ਜਾ ਇੱਥੋਂ, ਤੇਰੇ ਮਗਰ ਸੁਦਰਸ਼ਨ ਚੱਕਰ ਲੱਗਿਆ ਸੀ, ਬਚਾ ਨਹੀਂ ਸਕਦਾ। ਉਹਨੇ ਕਾਲ ਰੂਪ ਬਣ ਕੇ ਪਿੱਛੇ ਪਿਆ। ਫਿਰ ਬਾਹਮਣ ਭੰਨਾ ਜੀਓ ਲੈ, ਬਾਹਮਣ ਭੱਜਿਆ। ਫਿਰ ਰਿਸ਼ੀਆਂ ਮੁਨੀਆਂ ਗੁਰੂਆਂ ਪੀਰਾਂ ਵੱਲ ਬਚਾਓ ਬਚਾਓ, ਕਹਿੰਦੇ ਨਹੀਂ ਬਚਾ ਸਕਦੇ। ਤੇਰੇ ਮਗਰ ਜਿਹੜਾ ਭਗਵਾਨ ਨੇ ਚੱਕਰ ਛੱਡਿਆ ਹੈ ਨਾ ਭਗਤ ਅਮਰੀਕ ਦੇ ਕਰਕੇ, ਇਹ ਤਾਂ ਅਮਰੀਕ ਹੀ ਠੀਕ ਕਰ ਸਕਦਾ ਹੈ। ਇਹ ਤੋਂ ਥੋੜੀ ਦੂਰ ਤੇ 200-300 ਕਿਲੋਮੀਟਰ ਦੀ ਉਹ ਜਗ੍ਹਾ ਹੈ ਅਮਰੀਕ ਰਾਜੇ ਦੀ। ਉੱਥੇ ਗਏ ਵੀ ਸੀ, ਸੰਗਤਾਂ ਵੀ ਗਈਆਂ ਸੀ, ਰਾਤ ਕੀਰਤਨ ਵੀ ਕੀਤਾ ਸੀ। ਉੱਥੇ ਖੂਹ ਹੈ ਜਿਹਦੇ ਵਿੱਚ ਸੁਦਰਸ਼ਨ ਚੱਕਰ ਜਦੋਂ ਗਾਇਬ ਹੋਇਆ ਤਾਂ ਉੱਥੇ ਬੌੜੀ ਖੂਹ ਬਣ ਗਿਆ। ਅਮਰੀਕ ਰਾਜੇ ਦਾ ਉੱਥੇ ਮੰਦਰ ਹੈ। ਉਹ ਮਹਾਂਪੁਰਸ਼ ਸੀ, ਰਾਜਾ ਸੀ, ਭਗਤ ਸੀ, ਧਰਮੀ ਸੀ। ਇਹ ਫਿਰ ਗੁਰੂਆਂ ਪੀਰਾਂ ਦੀਆਂ ਸ਼ਕਤੀਆਂ ਮਗਰ ਪੈਂਦੀਆਂ ਨੇ। ਫਿਰ ਦੌੜਾਂ ਪੈਂਦੀਆਂ, ਦੌੜਾਂ ਨਾਮ ਦੇ ਨਾਲ ਹੀ ਭੱਜਦੇ ਆ। ਵਿਘਨ, ਬਿਮਾਰੀਆਂ, ਕਲੇਸ਼, ਤੁਹਾਡਾ ਸਰੀਰ ਪੂਰਾ ਘੇਰਿਆ ਪਿਆ ਨਾ, ਬਸ ਅੰਮ੍ਰਿਤ ਲੈ ਲਓ, ਗੁਰਬਾਣੀ ਸੁਣ ਲਓ, ਲੰਗਰ ਦਾ ਪ੍ਰਸ਼ਾਦ ਬਹਿ ਕੇ ਲੰਗਰ 'ਚ ਟੁਕੜਾ ਖਾ ਲਓ, ਨਾਮ ਜਪਣ ਲੱਗ ਪਓ, ਬਿਮਾਰੀ ਘਟਦੀ ਜਾਏ। ਸਾਰੇ ਪਾਸੇ ਗੁਰੂ ਦੀਆਂ ਸ਼ਕਤੀਆਂ ਹੁੰਦੀਆਂ, ਗੁਰੂ ਦਾ ਪ੍ਰਤਾਪ ਹੁੰਦਾ ਹੈ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੜ ਜਾਏ। ਪੜਿਓ ਜੀ, ਪ੍ਰਤਾਪ परताप तुम्हारा देख के, परताप तुम्हारा देख के, जमदूत छड़ जाए, जमदूत छड़ जाए। परताप तुम्हारा देख के, परताप तुम्हारा देख के, जमदूत छड़ जाए, जमदूत छड़ जाए। परताप तुम्हारा देख के, परताप तुम्हारा देख के, जमदूत छड़ जाए, जमदूत छड़ जाए। परताप तुम्हारा देख के, परताप तुम्हारा देख के, जमदूत छड़ जाए, जमदूत छड़ जाए। परताप
तुम्हारा देख के परताप तुम्हारा देख के जमदूत छड़ जाए जमदूत छड़ जाए परताप ताप तुम्हारा देख के परताप तुम्हारा देख के जमदूत छड़ जाए जमदूत छड़ जाए। ਇਹ ਪ੍ਰਤਾਪ ਹੁੰਦਾ ਹੈ ਗੁਰੂਆਂ ਪੀਰਾਂ ਦਾ, ਮਹਾਂਪੁਰਖਾਂ ਦਾ। ਕੋਈ ਐਮਐਲਏ ਕਿਸੇ ਅਫਸਰ ਦਾ, ਕਿਸੇ ਤਾਕਤਵਰ ਬੰਦੇ ਦਾ ਬੰਦਾ ਹੋਵੇ, ਫਿਰ ਪੁਲਿਸ ਵਾਲੇ ਵੀ, ਲੋਕ ਵੀ ਡਰਦੇ ਆ ਵੀ ਇਹਨੂੰ ਜੇ ਹੱਥ ਪਾਇਆ ਨਾ ਮਗਰੋਂ ਇਹਦੇ ਬੰਦੇ ਆ ਜਾਣਗੇ, ਸਾਨੂੰ ਤੰਗ ਕਰਨਗੇ। ਇਹ ਗੁਰੂਆਂ ਦਾ ਪ੍ਰਤਾਪ ਹੁੰਦਾ ਹੈ। ਸੇਵਕਾਂ ਸੰਗੀਆਂ ਪਿੱਛੇ ਸ਼ਕਤੀ ਖੜੀ ਹੁੰਦੀ ਗੁਰੂਆਂ ਦੀ। ਇਹ ਜੰਮ ਛੱਡ ਜਾਂਦੇ ਆ। ਵਿਸ਼ਵਾਮਿੱਤਰ ਜੀ ਰਾਜਾ ਦਸ਼ਰਥ ਨੂੰ ਕਹਿੰਦੇ ਅਸੀਂ ਰਥ ਤੇ ਬਿਠਾ ਕੇ ਪਾਲਕੀਆਂ 'ਚ ਬਿਠਾ ਕੇ ਇਹਨਾਂ ਬੱਚਿਆਂ ਨੂੰ ਲਿਜਾਵਾਂਗੇ, ਯੱਗ ਕਰਾਂਗੇ ਤੇ ਵਾਪਸ ਉਵੇਂ ਹੀ ਛੱਡ ਜਾਵਾਂਗੇ। ਕੋਈ ਉਹਨਾਂ ਦਾ ਯੱਗ ਸੰਪੂਰਨ ਹੀ ਨਹੀਂ ਹੋਣ ਦਿੰਦੇ ਸੀ ਰਾਖਸ਼। ਬੜੇ ਦੈਂਤ ਪਰੇਸ਼ਾਨ ਕਰਦੇ ਸੀ। ਜਦੋਂ ਗਏ ਰਾਮ ਤੇ ਲਛਮਣ, ਬਸ ਉਹਨਾਂ ਦੇ ਬੈਠਣ ਦੀ ਦੇਰ ਸੀ, ਰਾਖਸ਼ ਦੈਂਤ ਤਾਂ ਉੱਥੇ ਲੱਭੇ ਹੀ ਨਹੀਂ। ਤੇ ਯੱਗ ਬੜੇ ਸੰਪੂਰਨ ਹੋਏ, ਬੜਾ ਅੰਮ੍ਰਿਤ ਵਰਸਿਆ, ਬੜੇ ਰਿਸ਼ੀ ਮੁਨੀ ਆਏ, ਬੜਾ ਆਨੰਦ ਆਇਆ, ਬੜੇ ਜੈ ਜੈਕਾਰ ਦੀਆਂ ਧੁਨੀਆਂ ਲੱਗੀਆਂ, ਕਿਉਂਕਿ ਵਿੱਚੋਂ ਗੰਦ ਨਿਕਲ ਚੁੱਕਾ ਸੀ, ਬੁਰਾਈਆਂ ਨਿਕਲ ਚੁੱਕੀਆਂ ਸੀ। ਗੁਰੂਆਂ ਦੇ ਪ੍ਰਤਾਪ ਸਦਕਾ, ਪ੍ਰਤਾਪ ਵੱਡਾ ਗੁਰੂ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ, ਉੱਚਾ ਦਰ ਬਾਬੇ ਨਾਨਕ ਦਾ। ਪੜੋ ਸਾਹਿਬ, ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਬਾਬੇ ਨਾਨਕ ਦਾ, ਸਾਰੇ ਜਪੋ। ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ, ਸੋਭਾ ਸੁਣ ਕੇ ਆਇਆ, ਪ੍ਰਤਾਪ ਵੱਡਾ ਗੁਰੂ ਨਾਨਕ ਦਾ, ਪ੍ਰਤਾਪ ਵੱਡਾ ਗੁਰੂ ਨਾਨਕ ਦਾ। ਸੋਭਾ ਸੁਣ ਕੇ ਆਇਆ, ਪ੍ਰਤਾਪ ਵੱਡਾ ਗੁਰੂ ਨਾਨਕ ਦਾ, ਪ੍ਰਤਾਪ ਵੱਡਾ ਗੁਰੂ ਨਾਨਕ ਦਾ। ਜੀ ਮੈਂ ਸੋਭਾ ਸੁਣ ਕੇ ਆਇਆ, ਪ੍ਰਤਾਪ ਵੱਡਾ ਗੁਰੂ ਨਾਨਕ ਦਾ, ਪ੍ਰਤਾਪ ਵੱਡਾ ਗੁਰੂ ਨਾਨਕ ਦਾ। ਸੋਭਾ ਸੁਣ ਕੇ ਆਇਆ, ਪ੍ਰਤਾਪ ਵੱਡਾ ਗੁਰੂ ਨਾਨਕ ਦਾ, ਪ੍ਰਤਾਪ ਵੱਡਾ ਗੁਰੂ ਨਾਨਕ ਦਾ। ਮੈਂ ਤਾਂ ਸੋਭਾ ਸੁਣ ਕੇ ਆਇਆ, ਸੋਭਾ ਸੁਣ ਕੇ ਆਇਆ, ਪ੍ਰਤਾਪ ਵੱਡਾ ਗੁਰੂ ਨਾਨਕ ਦਾ, ਪ੍ਰਤਾਪ ਵੱਡਾ ਗੁਰੂ ਨਾਨਕ ਦਾ। ਸੋਭਾ ਸੁਣ ਕੇ ਆਇਆ, ਸੋਭਾ ਸੁਣ ਕੇ ਆਇਆ, ਪ੍ਰਤਾਪ ਵੱਡਾ ਗੁਰੂ ਨਾਨਕ, ਪ੍ਰਤਾਪ ਵੱਡਾ ਗੁਰੂ ਨਾਨਕ ਦਾ। ਪ੍ਰਤਾਪ ਵੱਡਾ ਗੁਰੂ ਨਾਨਕ ਦਾ, ਪ੍ਰਤਾਪ ਵੱਡਾ ਗੁਰੂ ਨਾਨਕ ਦਾ। ਪ੍ਰਤਾਪ ਵੱਡਾ ਗੁਰੂ ਨਾਨਕ ਦਾ, ਪ੍ਰਤਾਪ ਵੱਡਾ ਗੁਰੂ ਨਾਨਕ ਦਾ। ਕਈਆਂ ਦੇ ਘਰ ਪਰਿਵਾਰ ਕਾਰੋਬਾਰ ਨਰਕ ਬਣੇ ਹੁੰਦੇ ਆ, ਜਿਨ੍ਹਾਂ 'ਚ ਮਾੜੇ ਕਰਮਾਂ ਤੇ ਗੰਦੀਆਂ ਰੂਹਾਂ ਦਾ ਵਾਸਾ ਹੋ ਜਾਂਦਾ ਹੈ। ਉਹ ਫਿਰ ਕਦਮ ਕਦਮ ਤੇ ਨੁਕਸਾਨ ਦਿੰਦੇ ਆ। ਉਹਨਾਂ ਨੇ ਕਦਮ ਕਦਮ ਤੇ ਨੁਕਸਾਨ ਕਰਨਾ।
ਫਿਰ ਉਹ ਸ਼ਰਨ ਲੈਂਦੇ ਆ ਮਹਾਂਪੁਰਸ਼ਾਂ ਦੀ, ਗੁਰੂਆਂ ਦੀ, ਨਾਮ ਦੀ, ਬਾਣੀ ਦੀ। ਫਿਰ ਉਹਨਾਂ ਦੇ ਛੁਟਕਾਰੇ ਹੁੰਦੇ ਆ। ਇਹ ਹੈ ਗੁਰੂ ਦੀ ਸ਼ਰਨ, ਗੁਰੂ ਦਾ ਆਸਰਾ। ਮਾੜੇ ਕੰਮ ਕੀਤਿਆਂ, ਮਾੜੇ ਸੋਚਾਂ ਦੇ ਨਾਲ, ਬੁਰਾਈਆਂ ਦੇ ਨਾਲ ਇਸ ਜੀਵ ਤੇ ਗਲਤ ਪਹਿਰੇ ਲੱਗ ਜਾਂਦੇ, ਗਲਤ। ਫਿਰ ਸ਼ਦਾਈਆਂ ਵਾਂਗੂ ਭੱਜਾ ਫਿਰਦਾ, ਕਮਲਿਆਂ ਵਾਂਗੂ। ਫਿਰ ਗੁਰੂਆਂ ਪੀਰਾਂ ਦੀ ਕਿਰਪਾ ਦੇ ਨਾਲ, ਨਾਮ ਦੀ ਸ਼ਕਤੀ ਦੇ ਨਾਲ ਇਹ ਚੀਜ਼ਾਂ ਪਿੱਛੇ ਅੜਦੀਆਂ। ਇਹਨਾਂ ਦਾ ਇਤਿਹਾਸ ਗਵਾਹ ਹੈ, ਗੁਰਬਾਣੀ ਗਵਾਏ। ਹੁਣ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ, ਇੱਥੋਂ ਪੂਰਾ ਭੂਤਾਂ ਪ੍ਰੇਤਾਂ ਦਾ ਡੇਰਾ, ਪਰਮੇਸ਼ਰ ਦਿੱਤਾ ਬਣਨਾ, ਦੁੱਖ ਰੋਗ ਕਾ ਡੇਰਾ ਬਣਨਾ। ਕੋਈ ਝੌਂਪੜੀ ਪਾਲੇ, ਕੋਈ ਘਰ ਪਾਲੇ, ਕੋਈ ਆ ਬਹਿ ਜਾਣ ਝੌਂਪੜੀਆਂ ਪਾ ਕੇ, ਇਹ ਛੱਡਦੇ ਨਹੀਂ। ਫਿਰ ਉੱਥੇ ਕਬਜ਼ਾ ਜਮਾ ਲੈਂਦੇ ਆ। ਤੇ ਕੋਈ ਸ਼ਕਤੀ ਵਾਲਾ ਵੱਡਾ ਹੋਵੇ ਤੇ ਇਹਨਾਂ ਦੀ ਝੌਂਪੜੀਆਂ ਭੰਨ ਕੇ, ਤਬਾਹੀ ਮਚਾ ਕੇ ਥਾਂ ਸਾਫ਼ ਕਰ ਦਿੰਦਾ। ਇਹ ਡੇਰਾ ਬਣਾ ਲੈਂਦੇ ਆ। ਕਹਿੰਦੇ ਮੇਰੇ ਅੰਦਰ ਵੀ ਦੁੱਖਾਂ ਰੋਗਾਂ ਨੇ ਡੇਰਾ ਜਮਾ ਲਿਆ ਸੀ। ਕਦੀ ਕੋਈ ਤਕਲੀਫ, ਕਦੀ ਕੋਈ ਰੋਗ, ਕਦੀ ਕੋਈ ਚਿੰਤਾ, ਕਦੀ ਕੋਈ ਪਰੇਸ਼ਾਨੀ। ਡੇਰਾ ਬਣ ਗਿਆ ਸੀ, ਡੇਰਾ। ਤੇ ਤੁਸੀਂ ਮਹਾਰਾਜ ਆਪਦਾ ਆਸਰਾ ਦਿੱਤਾ, ਕਿਨਾਰਾ ਦਿੱਤਾ, ਬੰਨਾ ਦਿੱਤਾ। ਫਿਰ ਇਹ ਡੇਰਾ ਟੁੱਟਿਆ। ਫਿਰ ਇਹ ਝੌਂਪੜੀਆਂ ਚੱਕੀਆਂ ਗਈਆਂ, ਜਿਹੜੀਆਂ ਝੌਂਪੜੀਆਂ ਪਾਲੀਆਂ ਸੀ, ਡੇਰਾ ਜਮਾ ਲਿਆ ਸੀ। ਪਰਮੇਸ਼ਰ ਦਿੱਤਾ ਬਣਨਾ, ਦੁੱਖ ਰੋਗ ਕਾ ਡੇਰਾ ਪੜਨਾ। ਡੇਰਾ ਚੱਕਿਆ, ਦੁੱਖ ਰੋਗ ਕਾ ਡੇਰਾ ਢਾਇਆ, ਦੁੱਖ ਰੋਗ ਕਾ ਡੇਰਾ ਢਾਠਾ। ਇਹ ਸ਼ਬਦ ਆਉਂਦੇ ਬਾਣੀ 'ਚ। ਇਹ ਸਾਰੀਆਂ ਚੀਜ਼ਾਂ ਦਾ ਪ੍ਰਵੇਸ਼ ਜਿਹੜਾ ਹੈ, ਇਹ ਕਿਰਪਾ ਦੇ ਨਾਲ, ਗੁਰੂ ਦੀ ਮਿਹਰ ਨਾਲ, ਗੁਰਬਾਣੀ ਦੇ ਨਾਲ, ਸਾਧ ਸੰਗਤ ਦੇ ਪ੍ਰਤਾਪ ਦੇ ਨਾਲ ਇਹ ਬੁਰਾਈਆਂ, ਇਹ ਦੁੱਖ ਰੋਗ ਇਹ ਫਿਰ ਭੱਜੇ ਜਾਂਦੇ ਆ, ਨੱਠੇ ਹੀ ਜਾਂਦੇ ਆ। ਪੰਨੀ ਜਾਏ ਨਾ ਧੀਰ ਧਰੋਆ, ਫਿਰ ਇਹਨਾਂ ਨੂੰ ਖੜਦੇ ਨਹੀਂ, ਇਹ ਭੱਜੇ ਹੀ ਜਾਂਦੇ। ਗੁਰੂ ਸਾਹਿਬ ਨੇ ਭਜਾਇਆ ਇਹਨਾਂ ਨੂੰ, ਭਾਜੜਾ ਪੈ ਗਈਆਂ, ਨਿਕਲ ਜਾਓ, ਨਿਕਲ ਜਾਓ, ਭਾਜੋ। ਹੁਣ ਤੀਜੇ ਪਾਤਸ਼ਾਹ ਨੇ ਭਜਾਇਆ ਸੀ ਨਾ, ਇੱਕ ਭੂਤਨੀ ਨੇ ਬੱਚਾ ਚੱਕਿਆ ਹੋਇਆ ਸੀ, ਉਹ ਡਿੱਗ ਪਿਆ। ਥੱਲੇ ਸੀ ਵੱਢ ਮੱਕੀ ਦੇ ਟਾਂਡਿਆਂ ਦੇ, ਉਹਨਾਂ ਦੇ ਵਿੱਚੋਂ ਉਹਦੀ ਅੱਖ 'ਚ ਵੱਜੇ ਤੇ ਕਾਣਾ ਹੋ ਗਿਆ ਬੱਚਾ। ਇਹ ਫਿਰ ਬਠਿੰਡੇ ਕਿਲੇ ਵਿੱਚ ਆ ਗਏ ਸਾਰੇ। ਉੱਥੇ ਫਿਰ ਕਾਣਾ ਦੈਂਤ ਕਰਕੇ ਉਹ ਮਸ਼ਹੂਰ ਹੋਇਆ। ਉਹ ਕਾਣਾ ਦੈਂਤ ਜਿਹੜਾ ਉਹ ਤੀਜੇ ਪਾਤਸ਼ਾਹ ਨੇ ਭਜਾਏ ਸੀ, ਉੱਧਰੋਂ ਬੱਚਾ ਸੀ ਉਦੋਂ। ਬਠਿੰਡੇ ਕਿਲੇ ਵਿੱਚ ਆਣ ਕੇ ਰਹੇ। ਇੱਥੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦਾ ਪਲੰਘ ਲਾਇਆ, ਆਰਾਮ ਕੀਤਾ ਤੇ ਇਹਨਾਂ ਨੂੰ ਭਜਾਇਆ। ਜਾਂਦੇ ਨਹੀਂ ਸੀ। ਫਿਰ ਇੱਕ ਝੋਟੇ ਦੀ ਇਹਨਾਂ ਨੂੰ ਬਲੀ ਦਿੱਤੀ। ਇਹਨਾਂ ਨੇ ਮੰਗਿਆ ਵੀ ਸਾਨੂੰ ਵੱਡਾ ਝੋਟਾ ਸਾਣ ਚਾਹੀਦਾ। ਉਹ ਸਾਰਾ ਇਤਿਹਾਸ ਵਿੱਚ ਜ਼ਿਕਰ ਹੈ। ਗੁਰੂ ਸਾਹਿਬ ਨੇ ਫਿਰ ਇੱਥੋਂ ਗੁਰੂ ਗੋਬਿੰਦ ਸਿੰਘ ਨੇ ਭਜਾਇਆ ਸੀ ਬਠਿੰਡੇ 'ਚੋਂ। ਸਾਰਾ ਇਲਾਕਾ ਬਰਬਾਦ ਕੀਤਾ ਪਿਆ ਸੀ। ਜਦੋਂ ਫਿਰ ਕਲਗੀਆਂ ਵਾਲੇ ਨੇ ਭਜਾਇਆ ਤੇ ਫਿਰ ਹਰਿਆਵਲਾਂ ਆਉਣੀਆਂ ਸ਼ੁਰੂ ਹੋਈਆਂ, ਬਾਗ ਲੱਗਣੇ ਸ਼ੁਰੂ ਹੋਏ, ਘਰ ਵਸਣੇ ਸ਼ੁਰੂ ਹੋਏ। ਇਸੇ ਤਰ੍ਹਾਂ ਹੀ ਸਾਡੇ ਅੰਦਰ, ਸਾਡੇ ਘਰਾਂ ਵਿੱਚ, ਸਾਡੇ ਕਾਰੋਬਾਰਾਂ ਵਿੱਚ ਇਹੋ ਜਿਹੇ ਪ੍ਰਵੇਸ਼ ਹੋ ਜਾਂਦੇ ਆ। ਘਰ 'ਚ ਵੜੋਗੇ ਤੇ ਡਰੋਗੇ, ਦੁਕਾਨ 'ਚ ਵੜੋਗੇ ਤੇ ਛੱਡ ਕੇ ਭੱਜੋਗੇ, ਪਾਠ ਕਰਨ ਲੱਗੋਗੇ ਤੇ ਨੀਂਦਰ ਆ ਜਾਏਗਾ, ਵਾਸੀਆਂ ਦਲਿੱਦਰ ਘੇਰ ਲੇਗਾ। ਮਾੜੇ ਕਰਮਾਂ ਦਾ, ਗੰਦੀਆਂ ਰੂਹਾਂ ਦਾ ਪ੍ਰਵੇਸ਼ ਹੈ। ਆਖੋ ਸੀ
ਇਹ ਨਾਮ ਦੇ, ਭਗਤੀ ਦੇ, ਸੁਚਮ ਦੇ, ਪਵਿੱਤਰਤਾ ਦੇ ਨਾਲ ਜਾਂਦਾ ਹੈ। ਗੰਦੇ ਕੱਪੜੇ ਧਾਰਨ ਕਰਨੇ, ਨਹਾਉਣਾ ਨਾ, ਪਾਠ ਪੂਜਾ ਨਾ ਕਰਨਾ, ਮਾੜੇ ਕਰਮਾਂ ਦੀ ਸੋਚ ਕਰਨੀ, ਰਾਖਸ਼ ਬਣ ਜਾਂਦੇ। ਰਾਖਸ਼ ਪਵਿੱਤਰਤਾ ਰੱਖਣੀ, ਇਸ਼ਨਾਨ ਕਰਨਾ, ਨਾਮ ਜਪਣਾ, ਬਾਣੀ ਪੜ੍ਹਨੀ, ਮਾਲਾ ਫੇਰਨੀ, ਦੇਵਤੇ ਬਣ ਜਾਂਦੇ ਆ। ਕੀ ਬਦਲਿਆ? ਗੰਧ ਨਿਕਲਿਆ ਅੰਦਰੋਂ। ਕੀ ਆਇਆ? ਦੇਵਤਿਆਂ ਦੀ ਸੱਤ ਆਇਆ ਅੰਦਰ, ਉਹਨਾਂ ਦੀ ਸ਼ਕਤੀ ਆਈ, ਉਹਨਾਂ ਦਾ ਬਲ ਆਇਆ। ਇਹ ਨਾਮ ਦੇ ਪ੍ਰਤਾਪ ਨਾਲ, ਬਾਣੀ ਦੇ ਪ੍ਰਤਾਪ ਨਾਲ, ਗੁਰੂ ਸਾਹਿਬ ਦੀ ਮਿਹਰ ਦੇ ਨਾਲ। ਇਸ ਕਰਕੇ ਭਾਈ ਕਲਯੁਗ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ, ਤੂੰ ਨਾਮ ਤੋਂ ਬਗੈਰ ਤੇ ਸਾਧੂਆਂ ਦੀ ਸੰਗਤ ਬਗੈਰ ਛੁੱਟ ਨਹੀਂ ਸਕੇਗਾ। ਜੇ ਤੇਰੇ ਉੱਤੇ ਸਾਧੂਆਂ ਦਾ, ਗੁਰੂਆਂ ਪੀਰਾਂ ਦਾ ਕੋਈ ਪੱਖ ਹੈਗਾ ਏ ਤੇ ਤੂੰ ਬਚ ਜਾਏਗਾ। ਬੜੇ ਲੋਕ ਪਾਠ ਕਰਦੇ ਆ, ਮੰਦਰਾਂ ਗੁਰਦੁਆਰਿਆਂ ਵਿੱਚ ਜਾਂਦੇ ਆ, ਪਰ ਉਹਨਾਂ ਨੂੰ ਪੂਰੀ ਸ਼ਕਤੀ ਨਹੀਂ ਮਿਲਦੀ। ਪੂਰੀ ਸ਼ਕਤੀ ਪੁੱਛੋ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿ ਮਹਾਰਾਜ ਤੁਸੀਂ ਦੱਸੋ ਸਾਨੂੰ ਪੂਰਾ ਬਲ, ਪੂਰੀ ਸ਼ਕਤੀ ਕਿੱਥੋਂ ਮਿਲੇਗੀ? ਉਹ ਫਿਰ ਗੁਰਬਾਣੀ 'ਚ ਆਵਾਜ਼ ਆਉਂਦੀ ਹੈ, ਸਾਧ ਸੰਗਤ ਦੀ ਜਾਵੋ ਟੇਕ। ਸਾਧ ਸੰਗਤ ਕਰੋ, ਸੱਚੀ ਸੰਗਤ ਵਿੱਚ ਬੈਠੋ, ਨਾਮ ਜਪੋ, ਭਲਿਆਂ ਦੇ ਮਹਾਂਪੁਰਸ਼ਾਂ ਕੋਲ ਜਾਓ। ਫਿਰ ਤੁਹਾਨੂੰ ਦੱਸਣਗੇ, ਗੁਰਬਾਣੀ 'ਚ ਆਵਾਜ਼ਾਂ ਆਉਣਗੀਆਂ ਕਿ ਆਹ ਨੇਮ ਨਿਯਮ ਕਰੋ ਤਾਂ ਤੁਹਾਡਾ ਇਹ ਮਸਲਾ ਹੱਲ ਹੋਏਗਾ। ਕੱਲੇ ਮੱਥੇ ਟੇਕਿਆਂ ਦੇ ਪਾਠ ਕੀਤਿਆਂ ਨਹੀਂ ਗੱਲ ਬਣਦੀ, ਬਾਣੀ ਤੇ ਅਮਲ ਕੀਤਿਆਂ ਗੱਲ ਬਣਦੀ। ਸੁਣਿਆ ਮੰਨਿਆ ਮਨ ਕੀਤਾ ਭਾਉ। ਪਹਿਲਾਂ ਸੁਣ ਲਿਆ, ਫਿਰ ਮੰਨ ਲਿਆ, ਫਿਰ ਮਨ ਅੰਦਰ ਪ੍ਰੇਮ ਕਰ ਲਿਆ, ਫਿਰ ਦੁੱਖ ਪਰ ਹਰ ਸੁੱਖ ਕਰ ਲੈ ਜਾਓ। ਦੁੱਖ ਫਿਰ ਰਹਿ ਗਏ, ਸਾਰੇ ਪਾਸੇ ਭੱਜ ਗਏ। ਸੁੱਖ ਲੈ ਕੇ ਘਰਾਂ ਨੂੰ ਗਏ ਅਸੀਂ। ਜਦੋਂ ਸੁਣ ਲਿਆ, ਸੁਣ ਕੇ ਮੰਨ ਲਿਆ, ਮੰਨ ਕੇ ਮਨ 'ਚ ਪ੍ਰੇਮ ਕਰ ਲਿਆ, ਭਾਵ ਕਰ ਲਿਆ। ਮਾੜੇ ਕਰਮ ਕਲਯੁਗ ਧੱਕਾ ਦਿੰਦੇ ਨੇ, ਜੀਵ ਨੂੰ ਦੂਰ ਕਰਦੇ ਆ, ਇਹ ਭਜਾਉਂਦੇ ਆ, ਇਹ ਘੇਰਾ ਪਾਉਂਦੇ ਆ, ਡਲਾਉਂਦੇ ਆ। ਤੇ ਗੁਰੂ ਸਾਹਿਬ ਨੂੰ ਅੱਗੇ ਬੇਨਤੀ ਕਰਨੀ, ਜੀ ਸਾਡੀ ਰੱਖਿਆ ਕਰੋ। ਕਹਿੰਦੇ ਸੀ ਘਰ ਛੱਡ ਦਿਓ, ਆ ਸਾਰੇ ਜੰਜਾਲ, ਜੰਗਲਾਂ 'ਚ ਚਲੇ ਜਾਓ। ਕਹਿੰਦੇ ਗ੍ਰਸਤ ਨੂੰ ਛੱਡ ਦਿੱਤਾ, ਗਿਰਹੋ ਤਜ ਬਣ ਖੰਡ ਜਾਈਏ। ਉੱਥੇ ਚਲੇ ਗਏ ਜਿੱਥੇ ਸਾਧੂ ਸੰਤ ਮਹਾਂਪੁਰਸ਼ ਤਪ ਕਰਦੇ ਸੀ। ਰਿਸ਼ੀਆਂ ਮੁਨੀਆਂ ਦੀ ਸੁੱਚੀ ਪਵਿੱਤਰ ਠੰਡੀ ਰੌਣਕ ਰਮਣੀਕ ਜਗ੍ਹਾ ਸੀ। ਚੁਣ ਖਾਈਏ ਕੰਧਾਂ, ਅੰਨ ਪਾਣੀ ਵੀ ਛੱਡਦੇ, ਪਦਾਰਥ ਛੱਡਦੇ ਵੀ ਇਹਨਾਂ ਵਿੱਚ ਵੀ ਗੰਦਗੀ ਹੈ। ਜੜ੍ਹਾਂ ਤੇ ਪੱਤੇ ਤੇ ਫਲ ਖਾਣ ਲੱਗੇ। ਅਜਹੂ ਬਿਕਾਰ ਨਾ ਛੱਡੀ ਪਾਪੀ ਮਨ ਮੰਦਾ। ਅਜੇ ਵੀ ਕਹਿੰਦੇ ਮੇਰੇ ਖੋਟੇ ਕਰਮ ਘੇਰੀ ਜਾਂਦੇ ਆ। ਘਰ ਵੀ ਛੱਡ ਆਇਆ, ਖਾਣੇ ਪੀਣੇ ਵੀ ਛੱਡਤੇ, ਫਿਰ ਵੀ ਮੇਰੇ ਮਗਰ ਗੰਦਗੀ ਲੱਗੀ, ਪਾਪ ਲੱਗੇ, ਮੈਨੂੰ ਛੱਡਦੇ ਨਹੀਂ ਪਏ। ਕਿਉਂ ਛੂਟੂ ਕੈਸੇ ਤਰੂੰ ਭਵਜਲ ਨਿਦ ਭਾਰੀ। ਹੁਣ ਮਾਲਕਾ ਦੱਸ ਮੈਂ ਕਿਵੇਂ ਇਹਨਾਂ ਤੋਂ ਖਹਿੜਾ ਛਡਾਵਾਂ, ਕਿਵੇਂ ਤਰ੍ਹਾਂ? ਕਿ ਆ ਜੀ ਫਿਰ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਹਾਰੀ। ਮਾਲਕਾ ਹੁਣ ਤੂੰ ਹੀ ਰੱਖ, ਮੈਂ ਤੇਰੀ ਸ਼ਰਨ ਚਾਂ। ਮੇਰਾ ਤਾਂ ਇਹਨਾਂ ਨੇ ਬਸ ਕਰਾਤੀ, ਮੇਰਾ ਤਾਂ ਬੁਰਾ ਹਾਲ ਕਰਤਾ ਹੈ। ਰਾਖ ਰਾਖ ਮੇਰੇ ਬੀਠਲਾ ਸ਼ਨ ਜਨ ਸ਼ਰਨ ਤੁਮਾਰੀ। ਮਹਾਂਪੁਰਖਾਂ ਦੇ, ਗੁਰੂਆਂ ਪੀਰਾਂ ਦੇ ਭਜਨ, ਨਾਮ ਬਾਣੀ ਦੇ ਪ੍ਰਵਾਹ ਤੇ ਫਿਰ ਸਾਨੂੰ ਦੁੱਖਾਂ ਜੰਜਾਲਾਂ ਤੋਂ ਛਡਾਉਂਦੇ ਆ। ਹੁਣ ਹੁਕਮਨਾਮਾ ਸੁਣੋ ਤੇ ਪਾਠ ਕਰੋ ਸਾਰੀ ਸੰਗਤ। ਇਸ਼ਨਾਨ ਪਾਣੀ ਜ਼ਰੂਰ ਕਰਿਓ। ਜਿਨ੍ਹਾਂ ਨੇ ਪਾਠ ਵਿੱਚ ਬਹਿਣਾ ਹੈ, ਜਪਜੀ ਸਾਹਿਬ ਦੇ ਹੁੰਦਿਆਂ ਜਲਦੀ ਜਲਦੀ ਇਸ਼ਨਾਨ ਕਰਕੇ ਆ ਜਾਣਾ ਹੈ। ਸੁਖਮਨੀ ਦਾ ਪਾਠ ਕਰਨ ਦਾ ਪੂਰਿਆਂ ਨੂੰ, ਸਭ ਨੂੰ ਹੁਕਮ ਹੈ, ਪਾਠੀਆਂ ਨੂੰ ਵੀ,
ਸੇਵਾਦਾਰਾਂ ਨੂੰ, ਸੰਗਤ ਨੂੰ, ਲੰਗਰ ਵਾਲਿਆਂ ਨੂੰ, ਕਿਸੇ ਨੂੰ ਛੋੜ ਨਹੀਂ। ਬਾਬਾ ਜੀ ਕਹਿੰਦੇ ਸੀ ਦੇਣੀ। ਪਾਠ ਵਿੱਚ ਸਾਰੀ ਆਣ ਕੇ ਬੈਠਣ, ਕੀਰਤਨ ਵਾਲੇ ਇਸ਼ਨਾਨ ਪਾਣੀ ਕਰਕੇ ਆਣ ਕੇ ਪਾਠ ਵੀ ਕਰਨ ਤੇ ਕੀਰਤਨ ਵਿੱਚ ਵੀ ਬੈਠਣ। ਪਾਠ 'ਚ ਵੀ ਹਾਜ਼ਰੀ ਜ਼ਰੂਰੀ ਲਾਉਣ। ਜਪਜੀ ਸਾਹਿਬ ਸ਼ਬਦ ਹਜ਼ਾਰੇ, ਸੁਖਮਨੀ ਸਾਹਿਬ ਕਰ ਲੈਣ, ਕੋਈ ਵੀ ਕਰ ਲੈਣ ਤੇ ਫਿਰ ਕੀਰਤਨ ਦੀ ਹਾਜ਼ਰੀ ਦੇਣੀ। ਸੰਗਤ ਸਾਰੀ ਨੇ ਹੁਣ ਪਾਠ ਵਿੱਚ ਬੈਠਣਾ ਹੈ। ਕੋਈ ਵੀ ਕਿਸੇ ਤਰ੍ਹਾਂ ਦੀ ਵੀ ਡਿਊਟੀ ਵੀ। ਧੰਨ ਗੁਰੂ ਨਾਨਕ। ਹਰ ਜਸ ਗਾਇਓ ਸੰਤ ਜਨਾ ਮਿਲ, ਹਰ ਜਸ ਗਾਇਓ ਸੰਤ ਜਨਾ ਮਿਲ। ਕੋਟ ਜਨਮ ਕੇ ਦੁਖ ਗਵਾਇਓ, ਜੀ ਜੋ ਚਾਹਤ ਸੋਹੀ ਮਨ ਪਾਇਓ। ਜੀ ਕਰ ਕਿਰਪਾ ਹਰਿ ਨਾਮ ਦਿਵਾਇਓ, ਸਰਬ ਸੁਖ ਹਰਿ ਨਾਮ ਵਡਾਏ। ਗੁਰ ਪ੍ਰਸਾਦ ਨਾਨਕ ਮਤ ਪਾਏ, ਹਰ ਜਸ ਗਾਇਓ ਸੰਤ ਜਨਾ ਮਿਲ, ਹਰ ਜਸ ਗਾਇਓ ਸੰਤ ਜਨਾ ਮਿਲ। ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰੀਆਈਆਂ ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਪ੍ਰੇਮ ਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ। ਸਤਿ